Hello students, myself Sarita, biology lecturer, Government Girls Senior Secondary School, Jandiala. So we will study the second part of the lesson evolution, that is experimental evidence for chemical evolution. Based on the hypothesis of the O'Brien and Halliday, ਜਿਹੜਾ ਕਿ ਅਸੀਂ ਪਹਿਲਾਂ ਪੜ੍ਹਿਆ ਸੀ, S.L. Miller provided an experimental evidence of chemical evolution in 1953. In a laboratory setup, S.L. Miller, American scientist, उन्होंने एक सिमिलर कंडीशंस बनाए दैट वाज डिस्क्राइब्ड बाय ओपरेन एंड हैलिडन. सो इस दे विच मिलर सील्ड स्पार्क चैंबर, एक चैंबर लिया, ਉਹਦੇ ਵਿੱਚ ਜਿਹੜੀ mixture of water, ammonia as well as methane and hydrogen gas उस spark chamber ਦੇ ਵਿੱਚ ਪਾਏ ਗਏ. ਫਿਰ ਉਸ ਤੋਂ ਬਾਅਦ he made arrangement for insertion of 2 electrodes to provide electrical current. ਉਸ ਚੈਂਬਰ ਦੇ ਵਿੱਚ 2 ਇਲੈਕਟ੍ਰੋਡਸ ਜਿਹੜੇ ਸੀ ਉਹ ਇਨਸਰਟ ਕੀਤੇ ਗਏ. ਦ ਪਰਪਸ ਕੀ ਸੀ ਉਹਨਾਂ ਦਾ? ਟੂ ਪ੍ਰੋਵਾਈਡ ਇਲੈਕਟ੍ਰੀਕਲ ਐਨਰਜੀ. ਅਤੇ ਇੱਕ ਤਰ੍ਹਾਂ ਦੀ ਇਹ ਸਿਮੂਲੇਸ਼ਨ ਆਫ ਲਾਈਟਨਿੰਗ ਹੀ ਸੀ ਜੋ ਕਿ ਪਹਿਲਾਂ ਇਨਵਾਇਰਮੈਂਟਲ ਕੰਡੀਸ਼ਨ ਦੇ ਵਿੱਚ ਸੀ. ਸੋ ਟੂ ਸਪਾਰਕ ਦਾ ਚੈਂਬਰ. ਸੋ ਮੀਥੇਨ, ਅਮੋਨੀਆ ਐਂਡ ਹਾਈਡਰੋਜਨ, ਉਹਨਾਂ ਦਾ ਰੇਸ਼ੀਓ ਜਿਹੜਾ ਲਿਆ ਗਿਆ ਦੈਟ ਵਾਸ 2:1:2 ਐਂਡ ਵਾਟਰ ਵੇਪਰਸ ਵੀ ਲਏ ਗਏ ਔਰ ਐਟ ਦਾ ਟੈਂਪਰੇਚਰ ਜਿਹੜਾ ਸੀ ਦੈਟ ਵਾਸ 800 ਡਿਗਰੀ ਸੈਲਸੀਅਸ. ਇਲੈਕਟ੍ਰਿਕ ਸਪਾਰਕ ਦੀ ਵੋਲਟਸ ਜਿਹੜੀ that was about 75,000 volts was provided to the mixture, or the spark chamber was connected to the another flask with arrangement for the boiling water. So ਇੱਕ ਹੋਰ ਉਹਦੇ ਨਾਲ ਇਹ ਚੈਂਬਰ ਲਗਾਇਆ ਗਿਆ ਜਿਹੜੇ ਦੇ ਨਾਲ ਕਿ ਫਲਾਸਕ ਸੀਗੀ ਉਹਦੇ ਨਾਲ ਅਟੈਚ ਕੀਤੀ ਜਿਹਦਾ ਕਿ ਵਾਟਰ ਉਹਦੇ ਵਿੱਚ ਬੋਇਲਿੰਗ ਵਾਟਰ ਸੀ. ਔਰ ਦੀ ਅਦਰ ਐਂਡ ਆਫ ਦਾ ਸਪਾਰਕ ਚੈਂਬਰ, ਜਿਹੜਾ ਦੂਸਰਾ ਸਪਾਰਕ ਚੈਂਬਰ ਦਾ ਐਂਡ ਸੀਗਾ, ਉਹਦੇ ਨਾਲ ਵਾਸ ਕਨੈਕਟਿਡ ਟੂ ਅ ਟਰੈਪ ਬਾਈ ਅ ਟਿਊਬ ਦੈਟ ਪਾਸ ਥਰੂ ਦਾ ਕੰਡੈਂਸਰ. ਔਰ ਉਹਦੇ ਵਿੱਚੋਂ ਉਹ ਜਿਹੜੀ ਕਨੈਕਸ਼ਨ ਸੀ ਉਹ ਦੈਟ ਪਾਸ ਥਰੂ ਦਾ ਕੰਡੈਂਸਰ. So the trap in turn was connected with the flask for the boiling water. ਫਿਰ ਉਹਦੀ ਜਿਹੜੀ ਕਨੈਕਸ਼ਨ ਸੀ ਉਸ ਕੰਡੈਂਸਰ ਦਾ that was connected with the flask for boiling water. The control apparatus contained every arrangement except that it was devoid of energy source. ਅਬਾਊਟ 18 ਡੇਜ਼ ਲਈ ਇਹ ਜਿਹੜਾ ਆਫਟਰ 18 ਡੇਜ਼ ਤੋਂ ਬਾਅਦ ਇਹ ਦੇਖਿਆ ਗਿਆ ਕਿ ਸਿੰਪਲ ਜਿਹੜੇ ਔਰਗੈਨਿਕ ਕੰਪਾਊਂਡ ਸੀਗੇ ਦੈਟ ਵਰ ਦਾ ਮੋਨੋਮਰਸ. ਸੋ the monomers such as amino acids, peptide chains began to appear in the aqueous sample of the experimental setup. ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਮੋਨੋਮਰਸ ਅਪੇਅਰ ਹੋਣੇ ਸ਼ੁਰੂ ਹੋ ਗਏ. ਔਰ ਜਿਹੜੇ ਮੋਸਟਲੀ ਇਹਨਾਂ ਦੇ ਵਿੱਚ ਦੇਖਿਆ ਗਿਆ ਕਿ ਅਮਾਈਨੋ ਐਸਿਡਸ ਜਿਹੜੀਆਂ ਸੀ ਦੈਟ ਵਰ ਐਲਾਨਾਈਨ, ਗਲਾਈਸੀਨ, ਐਸਪਾਰਟਿਕ ਐਸਿਡ ਐਂਡ ਦੇਅਰਫੋਰ ਓਬਵੀਅਸ ਇੰਟਰਫੇਰੈਂਸ ਇਹਦੇ ਵਿੱਚੋਂ ਇਨਫਰੈਂਸ ਕੱਢੀ ਗਈ ਕਿ ਏਬਾਇਓਟਿਕ ਸਿੰਥੇਸਿਸ ਆਫ ਆਰਗੈਨਿਕ ਮੋਨੋਮਰਸ ਅਕਰਡ ਇਨ ਦ ਸਿਮੂਲੇਟਿਡ ਐਕਸਪੈਰੀਮੈਂਟਲ ਕੰਡੀਸ਼ਨਸ. ਔਰ ਇਸੇ ਤਰ੍ਹਾਂ ਕਿ ਜਿਹੜੀ ਇਨਵਾਇਰਮੈਂਟਲ ਸੈਟਅਪ ਕੀਤੀ ਗਈ ਇਸ ਤਰ੍ਹਾਂ ਦੀ ਕੀਤੀ ਗਈ ਕਿ ਜੋ ਪ੍ਰਿਮਿਟਿਵ ਐਟਮੋਸਫੇਰਿਕ ਕੰਡੀਸ਼ਨ ਸੀ ਉਸੀ ਤਰ੍ਹਾਂ ਸੈਟਿੰਗ ਇਹਦੀ ਹੋਈ ਤਾਂ ਕਿ ਉਹੀ ਜਿਹੜੇ ਐਕਸਪੈਰੀਮੈਂਟਲ ਕੰਡੀਸ਼ਨਸ ਰੱਖ ਕੇ ਅਤੇ ਔਰਗੈਨਿਕ ਮੋਲੀਕਿਊਲਸ ਦੀ ਫੋਰਮੇਸ਼ਨ ਦੇਖੀ ਗਈ. ਲੇਟਰ ਔਨ ਮੈਨੀ ਸਾਇੰਟਿਸਟ ਰਿਪੀਟਡ ਮਿਲਰਸ ਐਕਸਪੈਰੀਮੈਂਟਸ. ਇਹ ਐਕਸਪੈਰੀਮੈਂਟ ਕਾਫੀ ਵਾਰ ਫਿਰ ਰਿਪੀਟ ਕੀਤੇ ਗਏ ਬਾਈ ਦ ਵੇਰੀਅਸ ਸਾਇੰਟਿਸਟ ਔਰ ਯੂਸਿੰਗ ਸਲਾਈਟਲੀ ਡਿਫਰੈਂਟ ਸਟਾਰਟਿੰਗ ਮਟੀਰੀਅਲ, UV ਰੇਡੀਏਸ਼ਨਸ ਵੀ ਯੂਟੀਲਾਈਜ਼ ਕੀਤੀਆਂ ਗਈਆਂ. all of them could successfully synthesize amino acids and related compounds. ਜੇ ਅਸੀਂ ਇਹਦੇ ਵਿੱਚ ਹਾਈਡਰੋਜਨ ਸਾਇਨਾਈਡ ਯੂਜ਼ ਕੀਤੀ ਜਾਂਦੀ ਹੈ ਤਾਂ ਦੈਨ ਐਡੇਨਾਈਨ ਐਂਡ ਅਦਰ ਨਾਈਟ੍ਰੋਜਨ ਬੇਸਿਸ ਵਰ ਆਲਸੋ ਪ੍ਰੋਡਿਊਸ. ਦੂਸਰੀ ਅਮਾਈਨੋ ਐਸਿਡਸ ਵੀ ਪ੍ਰੋਡਿਊਸ ਕੀਤੀਆਂ ਜਾਂਦੀਆਂ ਸੀ ਅਗਰ ਇਹਦੇ ਵਿੱਚ ਹਾਈਡਰੋਜਨ ਸਾਇਨਾਈਡ ਯੂਜ਼ ਕੀਤੀ ਗਈ. ਨਾਓ ਦਿਸ ਇਜ਼ ਅ ਡਾਇਗਰਾਮ ਜਿਹੜਾ ਮਿਲਰਸ ਦਾ ਐਕਸਪੈਰੀਮੈਂਟ ਹੈ. ਸੋ ਇਹ ਜਿਹੜੀ ਇਹਦੇ ਵਿੱਚ
ਇੱਕ ਜਿਹੜਾ ਚੈਂਬਰ ਲਿਆ ਗਿਆ ਔਰ ਇਹਦੇ ਵਿੱਚ ਜਿਹੜੀ ਸੀਲਡ ਸਪਾਰਕ ਚੈਂਬਰ ਅਸੀਂ ਇਹਨੂੰ ਕਹਿੰਦੇ ਆ, ਇਹਦੇ ਵਿੱਚ ਜਿਹੜੇ ਆ 2 ਇਲੈਕਟ੍ਰੋਡਸ ਲਗਾਏ ਗਏ ਔਰ ਇਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਆ ਜਿਹੜੀਆਂ ਮੇਨ ਗੈਸਿਸ ਰੱਖੀਆਂ ਗਈਆਂ, ਦੈਟ ਵਾਸ ਦਾ ਮੀਥੇਨ, ਵਾਟਰ, ਅਮੋਨੀਆ ਅਤੇ ਹਾਈਡਰੋਜਨ। ਔਰ ਉਸ ਤੋਂ ਬਾਅਦ ਇੱਕ ਇਹਦਾ ਐਂਡ ਜਿਹੜਾ ਦੈਟ ਇਜ਼ ਕਨੈਕਟਡ ਟੂ ਦਾ ਬੋਇਲਿੰਗ ਵਾਟਰ, ਦੂਸਰਾ ਜਿਹੜਾ ਕੰਡੈਂਸਰ ਦੇ ਨਾਲ ਅਟੈਚਡ ਹੈ। ਹੇਅਰ ਦੇਰ ਇਜ਼ ਅ ਫੋਰਮੇਸ਼ਨ ਆਫ ਔਰਗੈਨਿਕ ਕੰਪਾਊਂਡਸ ਅਤੇ ਜਿਹੜਾ ਦਿਸ ਇਜ਼ ਅ ਲਿਕੁਇਡ ਵਾਟਰ ਇਨ ਦਾ ਟਰੈਪ ਹੈ, ਇੱਥੇ ਜਿਹੜੇ ਅਮਾਈਨੋ ਐਸਿਡਸ ਵਗੈਰਾ ਦੀ ਫੋਰਮੇਸ਼ਨ ਹੋਈ। So this is a experimental representation of the Miller's experiment. Several other scientists also conducted similar experiments by slightly changing the starting material. ਕਈਆਂ ਨੇ ਜਿਹੜੀ sources of energy UV radiations use ਕੀਤੀਆਂ and became successful in generating ribose ਜਿਹੜੀ sugar ਦੀ formation ਹੋਈ, hexose, nitrogenous bases like adenine, guanine, pigments and fats. ਸੋ ਉਹ ਹੋਰ ਵੀ ਸਟੱਡੀ ਕੀਤਾ ਗਿਆ ਕਿ ਜਿਹੜੇ ਮੀਟੋਰਾਈਟਸ ਦੇ ਸਟਰਾਈਕ ਦੀ ਅਰਥ, ਜਦੋਂ ਇਹ ਮੀਟੋਰਾਈਟਸ ਸਟਰਾਈਕ ਕਰਦੇ ਆ ਅਰਥ ਨੂੰ, ਉਹਦੇ ਵਿੱਚੋਂ ਵੀ ਇਸ ਤਰ੍ਹਾਂ ਦੇ ਕੰਪੋਨੈਂਟਸ ਨਿਕਲਦੇ ਆ। ਐਂਡ ਵੈਨ ਦ ਕੰਪੋਜੀਸ਼ਨ ਆਫ ਦ ਮੀਟੋਰਾਈਟਸ ਦੀ ਐਨਾਲਾਈਜ਼ ਕੀਤਾ, ਦੇ ਵਰ ਫਾਊਂਡ ਟੂ ਕੰਟੇਨ ਦ ਸਿਮਿਲਰ ਕੰਪਾਊਂਡਸ ਐਸ ਦੇ ਵਰ ਪ੍ਰੋਡਿਊਸਡ ਇਨ ਦ ਐਕਸਪੈਰੀਮੈਂਟਸ। ਉਸੇ ਤਰ੍ਹਾਂ ਦੇ ਕੰਪਾਊਂਡਸ ਉਹਦੇ ਵਿੱਚ ਵੀ ਫੋਰਮੇਸ਼ਨ ਹੋਈ। So it indicates the similar chemical reactions they were also taking place in the other space, somewhere else in the space. So with experimental demonstration and evidence of meteorites, experimental evidence or meteorites ਦੀ ਜਿਹੜੀ ਮੈਂ condition ਦੱਸੀ ਹੈ, the concept of chemical evolution यानी कि origin of complex organic molecules from simple inorganic molecules was more or less accepted. So ਇਹ ਥੋੜੀ ਬਹੁਤ accepted theory ਮੰਨੀ ਗਈ। Now ਅਗਲਾ ਹੈ ਕਿ how the life originated. Experiments of ਜਿਹੜੇ ਮਿਲਰ ਹੈ and other scientists demonstrates that prebiotic molecules could have been formed under the conditions which mostly likely to existed on early earth. ਇਸ ਐਕਸਪੈਰੀਮੈਂਟਸ ਤੋਂ ਇਹ ਪਤਾ ਲੱਗਿਆ ਕਿ ਜਿਹੜੇ ਆਰਗੈਨਿਕ ਮੋਲੀਕਿਊਲਸ ਬਣੇ ਹੈ, ਇਹਨਾਂ ਤੋਂ ਹੋ ਸਕਦਾ ਕਿ ਜਿਹੜੀ ਲਾਈਫ ਸਟਾਰਟ ਹੋਈ ਹੋਵੇ। ਸਟਿਲ ਦ ਫੋਰਮੇਸ਼ਨ ਆਫ ਪ੍ਰੀਬਾਇਓਟਿਕ ਸੂਪ ਆਫ ਸਮੋਲ ਮੋਲੀਕਿਊਲਸ ਡਸ ਨਾਟ ਨੈਸੈਸਰਲੀ ਲੀਡ ਟੂ ਓਰੀਜਨ ਆਫ ਲਾਈਫ। ਹਾਲਾਂਕਿ ਇਸ ਤੋਂ ਇਹ ਨਹੀਂ ਪਤਾ ਲੱਗਦਾ ਕਿ ਓਰੀਜਨ ਆਫ ਲਾਈਫ ਐਕਚੁਅਲੀ ਇਹਨਾਂ ਮੋਲੀਕਿਊਲਸ ਤੋਂ ਹੀ ਹੋਈ। ਬਟ ਫੋਰ ਓਰੀਜਨ ਆਫ ਲਾਈਫ 3 ਕੰਡੀਸ਼ਨਸ ਜਿਹੜੇ ਆ ਕਿਸੇ ਵੀ ਚੀਜ਼ ਨੂੰ ਇਹ ਹੋਣੇ ਚਾਹੀਦੇ ਹੈ ਤਾਂ ਹੀ ਲਾਈਫ ਐਗਜ਼ਿਸਟ ਕਰ ਸਕਦੀ ਹੈ। ਕਿ ਪਹਿਲਾ ਕੰਡੀਸ਼ਨ ਕੀ ਹੈ, ਦੇਰ ਮਸਟ ਹੈਵ ਬੀਨ ਅ ਸਪਲਾਈ ਆਫ ਸੈਲਫ ਰੈਪਲੀਕੇਟਰਸ ਹੋਣੇ ਚਾਹੀਦੇ, ਸੈਲਫ ਪ੍ਰੋਡਿਊਸਿੰਗ ਮੋਲੀਕਿਊਲਸ ਹੋਣੇ ਚਾਹੀਦੇ, ਫਿਰ ਉਹਨਾਂ ਦੇ ਵਿੱਚ ਮਿਊਟੇਸ਼ਨਸ ਵੀ ਹੋਣੀਆਂ ਚਾਹੀਦੀਆਂ, ਸਿਸਟਮ ਆਫ ਰੈਪਲੀਕੇਟਰਸ ਵੀ ਹੋਣੇ ਚਾਹੀਦੇ। ਸੋ ਹਾਈ ਟੈਂਪਰੇਚਰ ਅਰਥ 'ਤੇ ਹੋਣ ਦੇ ਕਾਰਨ ਜਿਹੜੇ ਕੰਡੀਸ਼ਨਸ ਹੈ ਮਿਊਟੇਸ਼ਨਸ ਵਗੈਰਾ ਦੇ ਦੈਟ ਵਾਸ ਫੁਲਫਿਲਡ। ਸੋ ਜਿਹੜੇ ਫਸਟ ਲਾਈਫ ਐਗਰੀਗੇਟਸ ਉਸ ਟਾਈਮ 'ਤੇ ਜਿਹੜੇ ਅਵੇਲੇਬਲ ਸੀ ਦੈਟ ਵਰ ਪ੍ਰੋਟੋਬਾਇਓਨਸ। ਸੋ ਵਟ ਆਰ ਪ੍ਰੋਟੋਬਾਇਓਨਸ? These are aggregates. They can separate combinations of molecules from the surrounding. ਔਰ ਇੱਕ ਤਰ੍ਹਾਂ ਇਹ ਮੋਲੀਕਿਊਲਸ ਬਣਾ ਲੈਂਦੇ ਔਰ ਆਪਣੇ ਆਪ ਨੂੰ ਬਾਕੀ ਜਿਹੜਾ ਇਹਨਾਂ ਦੇ ਸਰਾਊਂਡਿੰਗਸ ਹੈ ਉਹਨਾਂ ਤੋਂ ਸੈਪਰੇਟ ਹੋ ਜਾਂਦੇ ਐਂਡ ਮੇਨਟੇਨ ਇੰਟਰਨਲ ਇਨਵਾਇਰਮੈਂਟ ਬਟ ਆਰ ਅਨਏਬਲ ਟੂ ਰਿਪਰੋਡਿਊਸ। ਆਪਣੀ ਇੰਟਰਨਲ ਇਨਵਾਇਰਮੈਂਟ 'ਤੇ ਮੇਨਟੇਨ ਕਰਦੇ ਆ ਔਰ ਬਾਹਰੋਂ ਦੂਜਿਆਂ ਤੋਂ ਸੈਪਰੇਟ ਵੀ ਹੋ ਜਾਂਦੇ ਆ ਥੀਸ ਕੁਐਸਰਵੇਟਸ ਪ੍ਰੋਟੋਬਾਇਓਨਸ ਸੋਰੀ। ਬਟ ਇਹਨਾਂ ਦੇ ਵਿੱਚ ਜਿਹੜੀ ਹੈ ਪਰ ਦੇ ਆਰ ਅਨਏਬਲ ਟੂ ਰਿਪਰੋਡਿਊਸ। Now two important protobionts ਜਿਹੜੇ ਸੀ that were coacervates or microspheres. So these are the two ਜਿਹੜੇ protobionts first observe ਕੀਤੇ ਗਏ that were coacervates and microspheres. So Opren observed that if a mixture of large protein and polysaccharides is shaken, ਜਦੋਂ ਮਿਕਸਚਰ ਹੈ
ਪ੍ਰੋਟੀਨਸ ਔਰ ਪੋਲੀਸੈਕਰਾਈਡਸ ਦਾ ਸ਼ੇਕ ਕੀਤਾ ਜਾਂਦਾ ਹੈ, ਕੁਐਸਰਵੇਟਸ ਵਰ ਫੋਮਡ। ਉਹਨਾਂ ਦਾ ਜਿਹੜਾ ਇੰਟੀਰੀਅਰ ਸੀ ਵਿਚ ਵਰ ਪ੍ਰਾਈਮਰਲੀ ਆਫ ਪ੍ਰੋਟੀਨਸ ਐਂਡ ਪੋਲੀਸੈਕਰਾਈਡਸ ਵਿਦ ਸਮ ਵਾਟਰ, ਔਰ ਉਹਨਾਂ ਤੋਂ ਜਿਹੜੀ ਆਲੇ ਦੁਆਲੇ ਦੀ ਉਹਦੀ ਸਰਾਊਂਡਿੰਗ ਹੈ ਉਹਨਾਂ ਤੋਂ ਉਹ ਸੈਪਰੇਟ ਹੋ ਗਏ। So the later has much lower concentration of proteins and polysaccharides. Operin coacervates also show simple form of metabolism. ਇਹਨਾਂ ਦੇ ਵਿੱਚ simple form of metabolism ਸੀ, that means the activities like anabolism, catabolism is the building up of the body, the materials that was occurring in the cell. As these coacervates do not have a lipid outer layer, outer membrane ਇਹਨਾਂ ਦਾ ਨਹੀਂ ਸੀ, ਇਸ ਕਰਕੇ they and cannot reproduce, they fail to fulfill the requirements that they are the precursors of life. ਪਰ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਬਾਹਰਲੀ ਕੋਈ ਕਵਰਿੰਗ ਨਹੀਂ ਹੈ, ਨਾ ਇਹ ਰਿਪਰੋਡਿਊਸ ਕਰਦੇ ਸੀ, ਇਸ ਕਰਕੇ ਇਹਨਾਂ ਨੂੰ ਪ੍ਰੀਕਰਸਰਸ ਆਫ ਲਾਈਫ ਨਹੀਂ ਮੰਨਿਆ ਗਿਆ। ਨਾਓ ਮਾਈਕਰੋਸਫੇਅਰਸ, they are also protobionts है। They were formed when the mixture of artificially produced organic compounds are mixed with cool water। artificially ਤਿਆਰ ਕਰਕੇ organic compounds ਨੂੰ ਉਹਨੂੰ cool water ਦੇ ਨਾਲ ਮਿਕਸ ਕਰਕੇ, ਤੇ ਅਗਰ ਇਫ ਦ ਮਿਕਸਚਰ ਕੰਟੇਨਸ ਲਿਪਿਡਸ ਹੈ ਉਹਨਾਂ ਦੇ ਵਿੱਚ, ਤੇ ਜਿਹੜੇ ਮਾਈਕਰੋਸਫੇਅਰਸ ਦੀ ਆਊਟਰ ਲੇਅਰ ਹੈ that will be formed of lipids। ਸੋ ਲਿਪਿਡ ਜਿਸ ਤਰ੍ਹਾਂ ਕਿ ਬਾਈ ਲੇਅਰ ਫੋਰਮੇਸ਼ਨ ਹੋ ਜਾਂਦੀ ਹੈ, ਜਿਸ ਤਰ੍ਹਾਂ ਸੈੱਲ ਮੈਂਬਰੇਨਸ ਦੇ ਵਿੱਚ ਹੁੰਦੀ ਹੈ। ਸੋ ਦੇਰ ਇਜ਼ ਕੰਸੀਡਰੇਬਲ ਡਿਸਕਸ਼ਨ ਅਮੰਗ ਦਾ ਬਾਇਓਲੋਜਿਸਟ ਹਾਊ ਦਾ ਫਸਟ ਸੈੱਲ ਇਵੋਲਵ ਹੋਇਆ। ਡਿਸਕਵਰੀ ਮੇਡ ਇਨ 1980s, the RNA act as an enzyme to assemble new RNA molecules on an RNA template raised the interesting possibility that coacervates may not have been the first step in evolution of life। So first ਜਿਹੜੇ macromolecules that was considered was RNA। अर्लीयर की ਜਿਹੜੀ ਲਾਈਫ ਦੇ ਵਿੱਚ RNA ਤੋਂ ਹੀ ਜਿਹੜੀ ਕੰਪਲੈਕਸਿਟੀ ਸਟਾਰਟ ਹੋਈ, ਔਰ RNA ਮੋਲੀਕਿਊਲਸ ਦੀ ਫੋਰਮੇਸ਼ਨ ਹੋਣ ਤੋਂ ਬਾਅਦ ਜਿਹੜੀ ਹੈ the living organism started to evolve। Still other scientists reject the notation कि RNA world तो नहीं मानते, so pointing out some RNA components are too complex to have the present on the primitive earth। So these are the views of the scientists। Now origin of the heterotrophs। heterotrophs किस तरह है? First living organism originated among the organic molecules and in oxygen free atmosphere। पहला जिहड़ा atmosphere सी that was the reducing, ਤੇ ਉਸ ਟਾਈਮ ਦੇ ਵਿੱਚ ਦੇ obtained the living organisms ਉਸ ਟਾਈਮ ਤੇ heterotrophs ਸੀ। and mostly they were anaerobic ਸੀਗੇ, capable of respiration in absence of oxygen। they required ready-made organic materials as food and they were heterotrophs। so origin of heterotrophs ਪਹਿਲਾਂ ਮੰਨੇ ਜਾਂਦੇ ਆ ਕਿਉਂਕਿ ਉਸ ਵੇਲੇ ਇਨਵਾਇਰਮੈਂਟ ਦੇ ਵਿੱਚ ਫ੍ਰੀ ਆਕਸੀਜਨ ਨਹੀਂ ਸੀ, ਔਰ ਇਹ ਐਨਾਰੋਬਿਕਲੀ ਰਿਸਪਾਇਰ ਕਰਕੇ ਆਪਣੀ ਜਿਹੜੀ ਹੈ ਐਗਜ਼ਿਸਟ ਕਰਦੇ ਸੀ। ਸੋ ਦੈਨ ਉਸ ਤੋਂ ਬਾਅਦ origin of autotrophs ਮੰਨਿਆ ਗਿਆ। ਜਦੋਂ ਇਹ heterotrophs when the supply of existing organic molecules ਦੀ ख़त्म हो गई, they exhaust हो गए, then heterotrophs might have evolved into autotrophs। फिर heterotrophs ਹੋ ਸਕਦਾ ਹੈ ਕਿ ਜਿਹੜੇ ਕਿ ਉਹ autotrophs ਦੇ ਵਿੱਚ ਬਦਲ ਗਏ। autotrophs ਕੀ ਹੈ? they are capable of producing their own organic molecules। ਕੀਮੋਸਿੰਥਸਿਸ ਨਾਲ ਵੀ ਆਪਣਾ ਫੂਡ ਬਣਾ ਸਕਦੇ ਆ, ਕੈਮੀਕਲ ਰਿਐਕਸ਼ਨਸ ਦੇ ਨਾਲ, ਅਤੇ ਜਾਂ ਫਿਰ ਫੋਟੋਸਿੰਥਸਿਸ ਨਾਲ ਵੀ ਆਪਣਾ ਫੂਡ ਜਿਹੜਾ ਬਣਾ ਸਕਦੇ ਆ। ਸੋ ਫਸਟ ਜੇ ਕੀਮੋਸਿੰਥਸਿਸ, ਡਿਵੈਲਪਮੈਂਟ ਆਫ ਕੀਮੋਸਿੰਥਸਿਸ, organisms performing chemosynthesis are called as chemotrophs ਕਿਹਾ ਜਾਂਦਾ ਹੈ। ਸੋ they are anaerobic ਹੈ। chemotrophs ਜਿਹੜੇ develop the ability to synthesize organic molecules from inorganic raw material। ਇਹ organic compounds ਬਣਾਉਂਦੇ ਆ from the inorganic raw material। ਮੋਸਟਲੀ ਇਹਦੇ ਵਿੱਚ ਆ ਜਾਂਦਾ ਜਿਸ ਤਰ੍ਹਾਂ ਕਿ ਸਲਫਰ ਬੈਕਟੀਰੀਆ, ਨਾਈਟ੍ਰੀਫਾਈਂਗ ਬੈਕਟੀਰੀਆ।
फिर उस तो बाद है डेवलपमेंट ऑफ द फोटोसिंथेसिस, photosynthetic organisms, the phototrophs developed the pigment chlorophyll आ गई उन्होंने विच, they prepare organic food with the help of solar energy and they had chlorophyll inside them, और इन्हों दे विच chemical reactions होए and they utilized means कि they lacked the biochemical pathway to produce oxygen, they were still anaerobic and utilized hydrogen from the source of water. सो उस तो बाद इन्हों ने हौली हौली ਜਿਹੜੇ फोटोट्रॉफ्स ਸੀਗੇ ਬਾय मीनस दिस डेवलपमेंट ऑफ फोटोसिंथेसिस ਦੇ ਨਾਲ they released oxygen in the environment. सो ਜਿਹੜਾ ਐਟਮੋਸਫੇਅਰ ਰਿਡਿਊਸਿੰਗ ਸੀ they have become oxidizing. ਜਦੋਂ ਇਹਨਾਂ ਨੇ ਆਪਣੇ ਦੇ ਵਿੱਚੋਂ ਆਕਸੀਜਨ ਲਿਬਰੇਟ ਕਰਨਾ ਸ਼ੁਰੂ ਕਰ ਦਿੱਤਾ ਉਸ ਵੇਲੇ ਜਿਹੜੀ ਇਨਵਾਇਰਮੈਂਟ ਸੀ ਉਹ ਆਕਸੀਡਾਈਜ਼ਿੰਗ ਹੋ ਗਈ. ਸੋ ਮੀਥੇਨ in the presence of oxygen it will produce carbon dioxide and water. Ammonia in the presence of oxygen will produce nitrogen and water. So life was present on the earth about 3.9 billion years ago. However, the oldest microfossils discovered for that of the photosynthetic cyanobacteria appeared 3.3 to 3.5 years ago. ਉਸ ਤੋਂ ਬਾਅਦ ਹੈ ਕਿ ਜਿਹੜਾ ਫੋਰਮੇਸ਼ਨ ਆਫ ਓਜ਼ੋਨ ਲੇਅਰ. ਸੋ ਜਿਸ ਤਰ੍ਹਾਂ ਆਕਸੀਜਨ ਐਕਿਊਮੂਲੇਟ ਹੋਣ ਲੱਗ ਗਿਆ ਐਟਮੋਸਫੇਅਰ ਦੇ ਵਿੱਚ, ਅਲਟਰਾ ਵਾਇਲੇਟ ਰੇਜ਼ ਸੀ ਜਿਹੜੀਆਂ ਸਨ ਦੀਆਂ, ਤੇ ਚੇਂਜਡ ਆਕਸੀਜਨ ਟੂ O3. ਸੋ ਇਸ ਤਰ੍ਹਾਂ ਜਿਹੜੀ ਅਰਥ ਦੇ ਆਲੇ ਦੁਆਲੇ ਇੱਕ ਓਜ਼ੋਨ ਲੇਅਰ ਦੀ ਫੋਰਮੇਸ਼ਨ ਹੋ ਗਈ. ਓਜ਼ੋਨ ਫੋਰਮਡ ਲੇਅਰ ਇਨ ਦੀ ਐਟਮੋਸਫੇਅਰ ਬਲੋਕਿੰਗ ਦੀ ਅਲਟਰਾ ਵਾਇਲੇਟ ਲਾਈਟ, ਜਿਹੜੀ ਅਲਟਰਾ ਵਾਇਲੇਟ ਲਾਈਟ ਹੈ ਉਹਨਾਂ ਤੋਂ ਪ੍ਰੋਟੈਕਸ਼ਨ ਹੋ ਗਈ ਅਰਥ ਦੀ. ਸੋ ਐਂਡ ਲੀਵਿੰਗ ਦ ਵਿਜ਼ੂਅਲ ਲਾਈਟ ਐਸ ਦ ਮੇਨ ਸੋਰਸ ਆਫ ਐਨਰਜੀ. ਓਨਲੀ ਵਿਜ਼ੂਅਲ ਲਾਈਟ ਹੈ ਜਿਹੜੀ ਸਨ ਦੀ ਦੈਟ ਰੀਚ ਦ ਅਰਥ, ਨੋਟ ਦੀ ਅਲਟਰਾ ਵਾਇਲੇਟ ਰੇਸ. ਨਾ ਫੋਰਮੇਸ਼ਨ ਆਫ ਯੂਕੈਰੀਓਟਿਕ ਸੈਲਸ. ਅਰੋਬਿਕ ਜਿਹੜੀ ਨੈਕਸਟ ਹੈ ਅਰੋਬਿਕ ਰੈਸਪੀਰੇਸ਼ਨ ਇਵੋਲਵਡ, ਸੁਫੀਸ਼ੀਐਂਟ ਆਕਸੀਜਨ ਆ ਗਿਆ ਇਨ ਦਾ ਪ੍ਰਿਮਿਟਿਵ ਐਟਮੋਸਫੇਅਰ ਦੇ ਵਿੱਚ. ਪ੍ਰੋਕੈਰੀਓਟਸ ਜਿਹੜੇ ਸੀ ਗ੍ਰੈਜੂਅਲੀ, ਸਾਈਨੋਬੈਕਟੀਰੀਆ ਵਗੈਰਾ ਬੈਕਟੀਰੀਆ ਪ੍ਰੋਕੈਰੀਓਟਸ, they gradually modified to adapt themselves according to the new condition. New condition ਕੀ ਸੀ? presence of oxygen. they developed a true nucleus ਆ ਗਿਆ, specialized cell organelles ਆ ਗਈਆਂ. free living eukaryotic cell like organism originated in the ancient ocean. फिर उस that means primitive eukaryotes led to the evolution of फिर protista, plantae, fungi, animalia, अदर जड़ी एवोल्यूशन होनी शुरू हो गई फ्रॉम द यूकैरियोट्स. नाउ समरी ऑफ द मेन स्टेप्स इन द ओरिजिन ऑफ लाइफ अकॉर्डिंग टू द मॉडर्न थ्योरी ऑफ ओरिजिन ऑफ लाइफ की है. फ्री एटम्स है, then they form the formation of inorganic molecules, free atoms like hydrogen, carbon, nitrogen, oxygen. Then they formed inorganic molecules like hydrogen, water, ammonia, carbon dioxide. Then there is a formation of simple organic molecules like methane, hydrogen cyanide, then simple sugars, fatty acids, glycerol, amino acids, nitrogenous bases. Then there is a formation of complex organic molecules, the formation होगी then like polysaccharides, fats, proteins, nucleotides and nucleic acids. then formation of eobionts, ਇਹਦੇ ਵਿੱਚ ਆ ਗਏ quacervates the microspheres. then there is eobionts, so there is formation of prokaryotes, that means they were without organized nucleus. then there was a formation of eukaryotes from the prokaryotes with well organized nucleus. so ਇਸ ਤਰ੍ਹਾਂ ਜਿਹੜੀ evolution ਦੇ ਵਿੱਚ formation of eukaryotic cell होया. so this was all about these experimental evidences for the chemical evolution and origin of life, origin of heterotrophs, then how the modern theory of origin of life started. Thank you.